ਹੈਲੋ ਗੁੱਡ ਮੋਰਨਿੰਗ ਸਾਰਿਆਂ ਨੂੰ। ਜਿਹੜੇ ਵੀ ਸਟੂਡੈਂਟ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹਨ, ਠੀਕ ਹੈ, ਸਪੈਸ਼ਲੀ ਸਾਇੰਸ ਮਾਸਟਰ ਕੈਡਰ ਦੀ, ਉਹਨਾਂ ਲਈ ਇਸ ਚੈਨਲ 'ਤੇ ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਠੀਕ ਹੈ, ਅੱਜ ਸਾਡਾ ਫਸਟ ਟੋਪਿਕ ਸ਼ੁਰੂ ਕਰਾਂਗੇ। ਅਸੀਂ ਕੀ ਕਰਨਾ, ਟੋਪਿਕ ਵਾਸਤੇ ਅਸੀਂ ਤਿਆਰੀ ਕਰਨੀ ਹੈ। ਇੱਕ ਟੋਪਿਕ ਉਹਦੀ ਸਾਰੀ ਥਿਊਰੀ ਪੂਰਾ ਲੈਸਨ ਪਹਿਲਾਂ ਕਵਰ ਕੀਤਾ ਜਾਊਗਾ, ਉਸ ਤੋਂ ਬਾਅਦ ਉਹਦੇ MCQ ਦਾ ਦੂਜਾ ਟੋਪਿਕ, ਤੀਜਾ ਟੋਪਿਕ। ਠੀਕ ਹੈ, ਕੋਸ਼ਿਸ਼ ਕਰਾਂਗੇ ਕਿ ਸਾਰੇ ਟੋਪਿਕ ਸਾਡੇ ਕਵਰ ਹੋ ਜਾਣ। ਠੀਕ ਹੈ, ਸਾਡਾ ਪਹਿਲਾ ਟੋਪਿਕ ਅਸੀਂ ਸ਼ੁਰੂ ਕਰਦੇ ਹਾਂ ਸਰਫੇਸ ਕੈਮਿਸਟਰੀ ਤੋਂ। ਠੀਕ ਹੈ, ਪਹਿਲਾਂ ਤਾਂ ਇਹਦੀ ਡੈਫੀਨੇਸ਼ਨ ਹੈ ਕਿ ਸਰਫੇਸ ਕੈਮਿਸਟਰੀ ਹੈ ਕੀ ਹੈ। ਸਰਫੇਸ ਕੈਮਿਸਟਰੀ ਕੀ ਹੈ? ਇੱਦਾਂ ਦੀ ਕੈਮਿਸਟਰੀ ਦੈਟ ਡੀਲਸ ਵਿਦ ਦ ਫਿਨੋਮੀਨਾ ਦੈਟ ਅਕਰਸ ਐਟ ਦ ਸਰਫੇਸ ਔਰ ਇੰਟਰਫੇਸਿਸ। ਇੱਦਾਂ ਦੀ ਕੈਮਿਸਟਰੀ ਜਾਂ ਇੱਦਾਂ ਦਾ ਫਿਨੋਮੀਨਾ ਜਿਹੜਾ ਕਿੱਥੇ ਹੋ ਰਿਹਾ ਹੈ, ਕਿਸੇ ਵੀ ਚੀਜ਼ ਦੇ ਸਰਫੇਸ 'ਤੇ। ਠੀਕ ਹੈ, ਕੋਈ ਵੀ ਸਾਡੇ ਕੋਲ ਚੀਜ਼ ਹੈ ਉਹਦੇ ਸਰਫੇਸ 'ਤੇ ਜਿਹੜਾ ਵੀ ਸਾਡੇ ਕੋਲ ਫਿਨੋਮੀਨਾ ਹੋ ਰਿਹਾ ਹੈ ਜਾਂ ਕੁਛ ਵੀ ਰਿਐਕਸ਼ਨਸ ਵਗੈਰਾ ਹੋ ਰਹੀਆਂ ਹਨ, ਉਹਨੂੰ ਅਸੀਂ ਸਰਫੇਸ ਕੈਮਿਸਟਰੀ ਕਹਿੰਦੇ ਹਾਂ। ਠੀਕ ਹੈ, ਇਹ ਸਰਫੇਸ ਹੁਣ ਕੀ ਹੋ ਸਕਦਾ ਹੈ? ਸਰਫੇਸ ਦੋ ਫੇਜ਼ਸ ਦੇ ਵਿਚਕਾਰ ਹੁੰਦਾ ਹਮੇਸ਼ਾ, ਜਾਂ ਸੋਲਿਡ ਲਿਕੁਇਡ ਦੇ ਵਿਚਕਾਰ ਹੋਊਗਾ, ਠੀਕ ਹੈ, ਸੋਲਿਡ ਗੈਸਿਸ ਦੇ ਵਿਚਕਾਰ ਹੋਊਗਾ, ਲਿਕੁਇਡ ਦੇ ਵਿਚਕਾਰ ਹੋਊਗਾ, ਗੈਸ ਲਿਕੁਇਡ ਦੇ ਵਿਚਕਾਰ ਹੋਊਗਾ। ਠੀਕ ਹੈ, ਕੋਈ ਵੀ ਸਾਡੇ ਕੋਲ ਸਰਫੇਸ ਹੈ ਨਾ, ਇਹਦੇ ਉੱਪਰ ਕੋਈ ਫੇਜ਼ ਹੋਊਗਾ, ਨੀਚੇ ਕੋਈ ਫੇਜ਼ ਹੋਊਗਾ। ਠੀਕ ਹੈ, ਕੀ ਹੋ ਸਕਦਾ ਹੈ? ਨੀਚੇ ਲਿਕੁਇਡ ਹੋ ਸਕਦਾ ਹੈ, ਠੀਕ ਹੈ, ਉੱਪਰ ਕੀ ਹੋ ਸਕਦਾ? ਸੋਲਿਡ ਹੋ ਸਕਦਾ ਜਾਂ ਸੋਲਿਡ ਗੈਸ, ਕੁਛ ਵੀ, ਕੋਈ ਵੀ ਸਰਫੇਸ ਮਤਲਬ ਦੋ ਫੇਜ਼ਸ ਦੇ ਵਿਚਕਾਰ ਹੁੰਦੀ। ਠੀਕ ਹੈ, ਮਗਰ ਗੈਸ ਅਤੇ ਗੈਸ ਵਿੱਚ ਕੋਈ ਸਰਫੇਸ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਜਿਹੜੀ ਗੈਸ ਹੈ ਨਾ, ਉਹ ਕੀ ਹੈ, ਹੋਮੋਜੀਨੀਅਸ ਮਿਕਸਚਰ ਬਣਾ ਦਿੰਦੇ ਆ, ਆਪਸ ਵਿੱਚ ਪੂਰੀ ਤਰ੍ਹਾਂ ਮਿਕਸ ਕਰ ਜਾਂਦੇ ਆ। ਠੀਕ ਹੈ, ਹੁਣ ਬਣੀ ਇੱਕ ਚੀਜ਼ ਗਈ, ਉਹਨਾਂ ਵਿਚਕਾਰ ਸਰਫੇਸ ਰਹਿਣਾ ਹੀ ਨਹੀਂ। ਠੀਕ ਹੈ, ਅਤੇ ਹਮੇਸ਼ਾ ਯਾਦ ਰੱਖਣਾ, ਗੈਸ ਵਿੱਚ ਕੋਈ ਸਰਫੇਸ ਨਹੀਂ ਹੋ ਸਕਦਾ। ਠੀਕ ਹੈ, ਨੈਕਸਟ ਇਸ ਚੈਪਟਰ 'ਚ ਅਸੀਂ ਪੜ੍ਹਨਾ ਕੀ ਹੈ? ਫੀਚਰਸ ਆਫ ਸਰਫੇਸ ਕੈਮਿਸਟਰੀ। ਸਰਫੇਸ ਕੈਮਿਸਟਰੀ ਦੇ ਕੀ ਫੀਚਰਸ। ਠੀਕ ਹੈ, ਫਸਟ ਵਨ ਸਾਡੇ ਕੋਲ ਕੀ ਹੈ? ਐਡਜ਼ੋਰਪਸ਼ਨ। ਠੀਕ ਹੈ, ਐਡਜ਼ੋਰਪਸ਼ਨ, ਉਸ ਤੋਂ ਬਾਅਦ ਕੈਟਾਲਿਸਿਸ, ਫਿਰ ਅਸੀਂ ਕੋਲੋਇਡਸ ਪੜ੍ਹਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਦੇਖਣਾ ਹੈ ਕਿ ਐਡਜ਼ੋਰਪਸ਼ਨ ਕੀ ਚੀਜ਼ ਹੈ। ਦੇਖੋ ਕੀ ਕਹਿੰਦੇ, ਦ ਅਕਮੂਲੇਸ਼ਨ ਆਫ ਮੋਲੀਕੂਲਰ ਸਪੀਸ਼ੀਜ਼ ਐਟ ਦ ਸਰਫੇਸ ਰੈਦਰ ਦੈਨ ਇਨ ਦ ਬਲਕ ਆਫ ਅ ਸੋਲਿਡ ਔਰ ਲਿਕੁਇਡ ਇਜ਼ ਟਰਮਡ ਐਜ਼ ਐਡਜ਼ੋਰਪਸ਼ਨ। ਅਕਮੂਲੇਸ਼ਨ ਦਾ ਮਤਲਬ ਕੀ ਹੁੰਦਾ? ਇਕੱਠਾ ਹੋਣਾ। ਕਿਹਦਾ ਇਕੱਠਾ ਹੋਣਾ? ਮੋਲੀਕੂਲਰ ਸਪੀਸ਼ੀਜ਼ ਦਾ। ਕਿੱਥੇ ਇਕੱਠਾ ਹੋਣਾ? ਐਟ ਦਾ ਸਰਫੇਸ। ਕਿਹਦੇ? ਸੋਲਿਡ ਦੇ ਜਾਂ ਲਿਕੁਇਡ ਦੇ। ਕੀ ਮਤਲਬ ਬਣਿਆ? ਕੋਈ ਵੀ ਮੰਨ ਲਓ ਸਾਡੇ ਕੋਲ ਸੋਲਿਡ ਚੀਜ਼ ਹੈ, ਠੀਕ ਹੈ, ਉਹਦੇ ਸਰਫੇਸ 'ਤੇ ਆ ਕੇ ਕਿਸੇ ਵੀ ਚੀਜ਼ ਦਾ ਅਕਮੂਲੇਟ ਕਰ ਜਾਣਾ, ਇਕੱਠਾ ਹੋ ਜਾਣਾ। ਠੀਕ ਹੈ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਐਡਜ਼ੋਰਪਸ਼ਨ। ਠੀਕ ਹੈ, ਇਕੱਠਾ ਹੋਣਾ ਸਿਰਫ ਸਰਫੇਸ 'ਤੇ, ਓਨਲੀ ਸਰਫੇਸ 'ਤੇ। ਬਲਕ ਕੀ ਹੁੰਦਾ? ਬਲਕ ਦਾ ਮਤਲਬ ਹੁੰਦਾ ਵਿੱਚ ਕੀ ਚੀਜ਼ ਹੈ, ਪੂਰਾ ਅੰਦਰਲਾ ਹਿੱਸਾ, ਵੋਲਿਊਮ। ਠੀਕ ਹੈ, ਓਨਲੀ ਸਰਫੇਸ 'ਤੇ ਆ ਕੇ ਐਡਜ਼ੋਰਬ ਹੋਣਾ, ਅੰਦਰ ਨਾ ਜਾਣਾ। ਠੀਕ ਹੈ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਐਡਜ਼ੋਰਪਸ਼ਨ। ਠੀਕ ਹੈ, ਯਾਦ ਰੱਖਣਾ, ਓਨਲੀ ਸਰਫੇਸ 'ਤੇ ਜੋ ਵੀ ਚੀਜ਼ ਹੁੰਦੀ ਹੈ ਉਹਨੂੰ ਅਸੀਂ ਐਡਜ਼ੋਰਪਸ਼ਨ ਕਹਿੰਦੇ ਹਾਂ। ਠੀਕ ਹੈ, ਐਡਜ਼ੋਰਪਸ਼ਨ ਯਾਦ ਰੱਖਣਾ ਹਮੇਸ਼ਾ ਕੀ ਹੈ? ਸਰਫੇਸ ਫਿਨੋਮੀਨਾ ਹੈ। ਇਹਨੂੰ ਅੰਦਰਲੀ ਚੀਜ਼ ਬਲਕ ਨਾਲ ਕੋਈ ਮਤਲਬ ਨਹੀਂ ਹੈ। ਠੀਕ ਹੈ, ਓਨਲੀ ਆ ਕੇ ਕਿੱਥੇ ਇਕੱਠੇ ਹੁੰਦੇ ਆ? ਓਨਲੀ ਸਰਫੇਸ 'ਤੇ। ਠੀਕ ਹੈ, ਬਲਕ 'ਚ ਨਹੀਂ ਜਾ ਪਾਉਂਦੇ। ਠੀਕ ਆ, ਉਹ ਫਿਨੋਮੀਨਾ ਕੀ ਹੈ? ਸਾਡਾ ਐਡਜ਼ੋਰਪਸ਼ਨ। ਠੀਕ ਆ, ਐਡਜ਼ੋਰਪਸ਼ਨ ਦੇ ਵਿੱਚ ਹੁਣ ਦੋ ਇੰਪੋਰਟੈਂਟ ਟਰਮਸ ਆਉਂਦੀਆਂ। ਇੱਕ ਹੈ ਐਡਜ਼ੋਰਬੇਟ ਅਤੇ ਦੂਸਰੀ ਹੈ ਐਡਜ਼ੋਰਬੈਂਟ। ਠੀਕ ਹੈ, ਐਡਜ਼ੋਰਬੇਟ ਕੀ ਹੈ? ਇੱਦਾਂ ਦੇ ਮੋਲੀਕੂਲਰ ਸਪੀਸੀਜ਼ ਜਾਂ ਸਬਸਟਾਂਸ ਜਿਹੜੇ ਕੰਸਨਟਰੇਟ ਜਾਂ ਅਕਮੂਲੇਟ ਹੁੰਦੇ ਹੈ ਕਿਸੇ ਸਰਫੇਸ 'ਤੇ। ਠੀਕ ਹੈ, ਇਹ ਕੋਈ ਸਾਡੇ ਕੋਲ ਸਰਫੇਸ ਹੈ, ਕੋਈ ਵੀ ਜਿਹੜਾ ਮੋਲੀਕਿਊਲ ਜਾਂ ਸਬਸਟਾਂਸ ਆ ਕੇ ਇੱਥੇ ਇਕੱਠਾ ਹੋ ਰਿਹਾ, ਅਕਮੂਲੇਟ ਹੋ ਰਿਹਾ, ਇਹ ਸਾਰੇ ਸਬਸਟਾਂਸ ਕੀ ਹੈ? ਐਡਜ਼ੋਰਬੇਟ। ਠੀਕ ਹੈ, ਦੂਸਰੇ ਪਾਸੇ ਐਡਜ਼ੋਰਬੈਂਟ ਕੀ ਹੈ?
ਇਹੀ ਜਿਹੜਾ ਸਰਫੇਸ ਹੈ ਜਿਹਦੇ ਉੱਤੇ ਆ ਕੇ ਇਕੱਠੇ ਹੋ ਰਹੇ ਹੈ ਐਡਜ਼ੋਰਬੇਟ, ਉਹਨੂੰ ਅਸੀਂ ਕੀ ਕਹਿਣਾ? ਐਡਜ਼ੋਰਬੈਂਟ। ਦੇਖੋ ਇਹ ਸਾਡੇ ਕੋਲ ਐਡਜ਼ੋਰਬੈਂਟ ਹੈ, ਠੀਕ ਹੈ, ਇਹਦਾ ਇਹ ਸਰਫੇਸ ਹੈ, ਇਹਦੇ ਉੱਪਰ ਕੀ ਆ ਕੇ ਇਕੱਠੇ ਹੋ ਰਹੇ ਹੈ? ਐਡਜ਼ੋਰਬੇਟ, ਠੀਕ ਹੈ। ਡਿਫਰੈਂਸ ਯਾਦ ਰੱਖਣਾ, ਜਿਹਦਾ ਸਰਫੇਸ ਹੈ ਉਹ ਹੈਗਾ ਐਡਜ਼ੋਰਬੈਂਟ, ਅਤੇ ਜਿਹੜੇ ਆ ਕੇ ਪਰ ਕਮੂਲੇਟ ਹੋ ਰਹੇ ਹੈ ਉਹ ਹੈਗਾ ਐਡਜ਼ੋਰਬੇਟ, ਠੀਕ ਆ। ਨੈਕਸਟ ਕੁਛ ਕੁ ਐਗਜ਼ਾਮਪਲਸ ਜਿਹੜੀਆਂ ਅਸੀਂ ਦੇਖ ਸਕਦੇ ਹਾਂ ਆਪਣੀ ਡੇਲੀ ਲਾਈਫ 'ਚ ਐਡਜ਼ੋਰਪਸ਼ਨ ਦੀਆਂ ਕੁਛ ਐਗਜ਼ਾਮਪਲਸ ਹੈ। ਫਸਟ ਵਨ ਹੈ ਕਿ ਚਾਰਕੋਲ ਇਨ ਗੈਸ। ਕੀ ਹੁੰਦਾ ਹੈ, ਸਾਡੇ ਕੋਲ ਮੰਨ ਲਓ ਕੋਈ ਕਲੋਜ਼ਡ ਵੈਸਲ ਹੈ, ਠੀਕ ਹੈ, ਉਹਦੇ ਵਿੱਚ ਅਸੀਂ ਕੋਈ ਵੀ ਗੈਸ ਇਹਨਾਂ ਵਿੱਚ ਪਾਈ ਹੈ, ਆਕਸੀਜਨ, ਹਾਈਡਰੋਜਨ, ਕਾਰਬਨ ਮੋਨੋਆਕਸਾਈਡ, ਕੋਈ ਵੀ ਗੈਸ ਹੈ ਜਿਹੜੀ ਅਸੀਂ ਅੰਦਰ ਭਰੀ ਹੈ, ਠੀਕ ਹੈ। ਉਹ ਕੀ ਕਰ ਰਹੀ ਹੈ? ਇਹ ਵੈਸਲ 'ਤੇ ਕੁਛ ਨਾ ਕੁਛ ਚਾਰੇ ਪਾਸੇ ਪ੍ਰੈਸ਼ਰ ਐਗਜ਼ਰਟਸ ਕਰ ਰਹੀ ਹੈ, ਠੀਕ ਹੈ। ਪਰ ਅਸੀਂ ਦੇਖਿਆ ਕਿ ਜਿੱਦਾਂ ਹੀ ਅਸੀਂ ਇਹਦੇ ਵਿੱਚ ਕੋਈ ਪਾਊਡਰ ਚਾਰਕੋਲ ਪਾ ਦਿੰਦੀ ਹੈ ਨਾ, ਇਹਦੇ ਵਿੱਚ ਪਾ ਦਈਏ ਪਾਊਡਰ ਚਾਰਕੋਲ, ਕੀ ਹੁੰਦਾ ਹੈ? ਗੈਸਿਸ ਦਾ ਜਿਹੜਾ ਪ੍ਰੈਸ਼ਰ ਲਗਾ ਰਹੀ ਹੈ ਨਾ ਚਾਰੇ ਪਾਸੇ, ਉਹ ਡਿਕਰੀਜ਼ ਕਰ ਜਾਂਦਾ, ਠੀਕ ਹੈ। ਇਹ ਡਿਕਰੀਜ਼ ਹੋਣ ਦਾ ਕਾਰਨ ਕੀ ਹੈ? ਇਹ ਜਿਹੜਾ ਚਾਰਕੋਲ ਕੀ ਕਰਦਾ, ਇਹ ਕੀ ਕਰਦਾ, ਜਿਹੜੀਆਂ ਗੈਸਿਸ ਨੂੰ ਨਾ ਆਪਣੇ ਸਰਫੇਸ 'ਤੇ ਐਡਜ਼ੋਰਬ ਕਰਵਾ ਲੈਂਦਾ, ਠੀਕ ਹੈ। ਹੁਣ ਜਿਹੜੀਆਂ ਗੈਸਿਸ ਪਹਿਲਾਂ ਪ੍ਰੈਸ਼ਰ ਐਗਜ਼ਰਟ ਕਰ ਰਹੀਆਂ ਸੀਗੀਆਂ, ਉਹ ਹੁਣ ਤਾਂ ਐਬਜ਼ੋਰਬ ਹੋ ਰਹੀਆਂ, ਤਾਂ ਆਟੋਮੈਟਿਕਲੀ ਕੀ ਹੈ? ਜਿਹੜਾ ਪ੍ਰੈਸ਼ਰ ਸਾਡਾ ਘੱਟ ਜਾਣਾ, ਠੀਕ ਆ। ਇੱਕ ਇਹ ਐਪਲੀਕੇਸ਼ਨ ਹੈ। ਦੂਸਰੀ ਸਾਡੇ ਕੋਲ ਐਪਲੀਕੇਸ਼ਨ ਕੀ ਹੈ? ਔਰਗੈਨਿਕ ਡਾਈ ਐਂਡ ਚਾਰਕੋਲ। ਇਹਦੇ ਵਿੱਚ ਵੀ ਸੇਮ ਕੀ ਹੈ? ਸਾਡੇ ਕੋਲ ਕੋਈ ਔਰਗੈਨਿਕ ਡਾਈ ਹੈ, ਮਿਥਿਲੀਨ ਬਲੂ, ਠੀਕ ਹੈ। ਨਾਮ ਤੋਂ ਪਤਾ ਲੱਗਦਾ ਇਹਦਾ ਕਲਰ ਕੀ ਹੋਣਾ ਹੈ? ਬਲੂ ਕਲਰ, ਠੀਕ ਹੈ। ਜਿੱਦਾਂ ਹੀ ਅਸੀਂ ਇਹਦੇ ਵਿੱਚ ਕੋਈ ਐਨੀਮਲ ਚਾਰਕੋਲ ਪਾਉਂਦੇ, ਐਨੀਮਲ ਚਾਰਕੋਲ ਕੀ ਹੁੰਦਾ? ਜਿਹੜੇ ਅਸੀਂ ਐਨੀਮਲਸ ਦੀਆਂ ਜਿਹੜੀਆਂ ਹੱਡੀਆਂ ਵਗੈਰਾ ਉਹਨਾਂ ਤੋਂ ਇਕੱਠਾ ਕੀਤਾ ਹੁੰਦਾ, ਠੀਕ ਹੈ। ਜਿੱਦਾਂ ਹੀ ਅਸੀਂ ਐਨੀਮਲ ਚਾਰਕੋਲ ਪਾਉਂਦੇ ਨਾ, ਇਹਦਾ ਬਲੂ ਕਲਰ ਫੇਡ ਹੋ ਜਾਂਦਾ ਅਤੇ ਸਾਡੇ ਕੋਲ ਕਲਰ ਲੈਸ ਹੋ ਜਾਂਦਾ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਵੀ ਹੈ ਐਡਜ਼ੋਰਪਸ਼ਨ। ਕੀ ਹੁੰਦਾ? ਐਨੀਮਲ ਚਾਰਕੋਲ ਕੀ ਕਰਦਾ? ਜਿਹੜੇ ਮਿਥਿਲੀਨ ਬਲੂ ਦੇ ਮੋਲੀਕਿਊਲਸ, ਜਿਹੜਾ ਕਲਰ, ਜਿਹੜੇ ਇੱਦਾਂ ਦੇ ਮੋਲੀਕਿਊਲ ਜਿਹੜੇ ਇਹਦੇ ਕਲਰ ਬਲੂ ਕਰਦੇ ਪਏ ਸੀਗੇ ਨਾ, ਉਹ ਸਾਰੇ ਜਿਹੜੇ ਮੋਲੀਕਿਊਲਸ ਆ ਕੇ ਨਾ ਐਨੀਮਲ ਚਾਰਕੋਲ ਦੇ ਸਰਫੇਸ 'ਤੇ ਆ ਕੇ ਐਡਜ਼ੋਰਬ ਕਰ ਗਏ, ਠੀਕ ਹੈ। ਹੁਣ ਬਲੂ ਕਲਰ ਕਿਹਨੂੰ ਦੇਣਾ, ਠੀਕ ਹੈ। ਉਹ ਤਾਂ ਸਾਰੇ ਆ ਕੇ ਐਡਜ਼ੋਰਬ ਹੋ ਗਏ, ਇਸ ਕਰਕੇ ਉਹਨਾਂ ਦਾ ਕਲਰ ਲੈਸ ਹੋ ਜਾਂਦਾ, ਠੀਕ ਹੈ। ਇੱਕ ਐਪਲੀਕੇਸ਼ਨ ਇਹ ਹੈ। ਨੈਕਸਟ ਸਾਡੇ ਕੋਲ ਐਪਲੀਕੇਸ਼ਨ ਜਿਹੜੀ ਹੈਗੀ ਹੈ ਉਹ ਹੈਗੀ ਹੈ ਸਿਲਿਕਾ ਜੈਲ ਦੀ। ਛੋਟੇ ਛੋਟੇ ਪੈਕਟ ਤੁਸੀਂ ਸਾਰੇ ਦੇਖੇ ਹੋਣੇ, ਇੱਦਾਂ ਛੋਟੇ ਛੋਟੇ ਪੈਕਟ ਹੁੰਦੇ, ਉਹਨਾਂ ਉੱਪਰ ਲਿਖਿਆ ਹੁੰਦਾ ਸਿਲਿਕਾ ਜੈਲ, ਠੀਕ ਹੈ। ਕਿ ਪਲਾਸਟਿਕਸ ਅਤੇ ਜਿੰਨਾ ਵੀ ਸਮਾਨ ਆਉਂਦਾ ਉਹਨਾਂ ਦੇ ਨਾਲ ਛੋਟੇ ਛੋਟੇ ਪੈਕਟਸ ਵਗੈਰਾ ਰੱਖੇ ਜਾਂਦੇ ਆ, ਜਾਂ ਹੋਰ ਵੀ, ਠੀਕ ਹੈ, ਕਿਤੇ ਯੂਜ਼ ਕੀਤੇ ਜਾਂਦੇ ਆ। ਉਹ ਕਾਹਨੂੰ ਯੂਜ਼ ਕਰਦੇ ਆ? ਵਾਟਰ ਮੋਲੀਕਿਊਲਸ ਗੈਟ ਐਬਜ਼ੋਰਬ। ਉਹਨਾਂ 'ਤੇ ਕੀ ਹੁੰਦਾ? ਜਿੰਨਾ ਵੀ ਉਹਦੇ ਨਮੀ ਹੁੰਦੀ ਨਾ, ਉਹ ਸਾਰੇ ਉਹਨੂੰ ਨਮੀ ਨੂੰ ਸੋਖ ਲੈਂਦੇ ਆ। ਇਸ ਕਰਕੇ ਜਿਹੜੀਆਂ ਪੈਕਟ ਚੀਜ਼ਾਂ ਹੁੰਦੀਆਂ ਨਾ, ਉਹ ਸਾਡੀਆਂ ਕਾਫੀ ਟਾਈਮ ਤੱਕ ਬਚ ਜਾਂਦੀਆਂ, ਠੀਕ ਹੈ। ਨੈਕਸਟ ਸਾਡੇ ਕੋਲ ਜਿਹੜਾ ਟੋਪਿਕ ਹੈ ਉਹ ਹੈਗਾ ਡਿਜ਼ੋਰਪਸ਼ਨ। ਡਿਜ਼ੋਰਪਸ਼ਨ ਨਾਮ ਤੋਂ ਪਤਾ ਲੱਗਦਾ ਐਡਜ਼ੋਰਪਸ਼ਨ ਦਾ ਉਲਟਾ, ਠੀਕ ਹੈ। ਇਹਦੇ ਵਿੱਚ ਕੀ ਹੋਣਾ ਹੈ? ਡਿਜ਼ੋਰਪਸ਼ਨ ਇਜ਼ ਦਾ ਪ੍ਰੋਸੈਸ ਆਫ ਰਿਮੂਵਿੰਗ ਐਨ ਐਡਜ਼ੋਰਬਡ ਸਬਸਟਾਂਸ। ਹੁਣ ਕੋਈ ਸਬਸਟਾਂਸ ਪਹਿਲੇ ਐਬਜ਼ੋਰਬ ਹੋਇਆ ਕਿਸੇ ਵੀ ਸਰਫੇਸ 'ਤੇ, ਅਸੀਂ ਉਹ ਸਬਸਟਾਂਸ ਨੂੰ ਮੁੜ ਕੇ ਰਿਮੂਵ ਕਰਨਾ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਡਿਜ਼ੋਰਪਸ਼ਨ, ਮਤਲਬ ਐਡਜ਼ੋਰਪਸ਼ਨ ਦਾ ਉਲਟਾ ਕਰ ਦੇਣਾ, ਠੀਕ ਹੈ। ਇਹ ਬਸ ਤੁਸੀਂ ਡੈਫੀਨੇਸ਼ਨ ਯਾਦ ਰੱਖਣੀ ਆ। ਨੈਕਸਟ ਕੀ ਹੈ? ਇੱਕ ਇੰਪੋਰਟੈਂਟ ਡਿਫਰੈਂਸ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ ਹੈ ਕਿ ਐਡਜ਼ੋਰਪਸ਼ਨ ਅਤੇ ਇੱਕ ਐਬਜ਼ੋਰਪਸ਼ਨ, ਇਹਨਾਂ ਦੋਨਾਂ ਵਿੱਚ ਕੀ ਅੰਤਰ ਹੈ, ਠੀਕ ਹੈ। ਸਾਰਿਆਂ ਦੇ ਦਿਮਾਗ 'ਚ ਆਉਂਦਾ ਹੋਣਾ ਕਿ ਐਬਜ਼ੋਰਪਸ਼ਨ, ਐਡਜ਼ੋਰਪਸ਼ਨ ਸੁਣਨ ਤਾਂ ਇੱਕੋ ਜਿਹੇ ਲੱਗਦੇ ਆ ਨਾ, ਇਹਨਾਂ ਦੋਨਾਂ 'ਚ ਕੀ ਡਿਫਰੈਂਸ ਕੀ ਹੈ? ਹੁਣੀ ਮੈਂ ਦੱਸਿਆ ਐਡਜ਼ੋਰਪਸ਼ਨ ਕੀ ਚੀਜ਼ ਹੈ। ਇਹ 'ਚ ਕੀ ਹੁੰਦਾ? ਦਾ ਸਬਸਟਾਂਸ ਇਜ਼ ਕੰਸਨਟਰੇਟਡ ਓਨਲੀ ਐਟ ਦਾ ਸਰਫੇਸ। ਜਿਹੜਾ ਸਬਸਟਾਂਸ ਆਉਣਾ ਨਾ, ਉਹਨੂੰ ਕੰਸਨਟਰੇਟ ਕਿੱਥੇ ਕਰਨਾ? ਸਿਰਫ ਸਰਫੇਸ 'ਤੇ, ਠੀਕ ਹੈ। ਐਂਡ ਡਜ਼ ਨੋਟ ਪੈਨੀਟਰੇਟ ਥਰੂ ਦਾ ਸਰਫੇਸ ਟੂ ਦਾ ਬਲਕ ਆਫ ਦਾ ਐਡਜ਼ੋਰਬੈਂਟ, ਠੀਕ ਹੈ। ਪੈਨੀਟਰੇਟ ਕਰਕੇ ਇਹਨ ਨੀਚੇ ਨਹੀਂ ਜਾਣਾ,
ठीक है, ਉਹਨੂੰ ਅਸੀਂ ਕੀ ਕਹਿੰਦੇ ਆ, ਐਡਜ਼ੋਰਬੈਂਟ। ठीक है, दूजे पासे ਜਿਹੜਾ ਐਡਜ਼ੋਰਪਸ਼ਨ ਹੈ ਉਹ ਕੀ ਹੈ, ਉਹਦੇ ਵਿੱਚ ਕੀ ਕਰਦਾ, ਸਬਸਟੈਂਸ ਇਜ਼ ਯੂਨੀਫਾਰਮਲੀ ਡਿਸਟਰੀਬਿਊਟਡ ਥਰੂ ਆਊਟ ਦਾ ਬਲਕ ਆਫ ਦਾ ਸੋਲਿਡ। ਇਹਦੇ ਵਿੱਚ ਕੀ ਹੁੰਦਾ, ਜਿਹੜਾ ਸਬਸਟੈਂਸ ਹੈ ਨਾ, ਠੀਕ ਆ, ਉਹ ਬਲਕ ਵਿੱਚ ਤੇ ਉੱਪਰ ਯੂਨੀਫਾਰਮਲੀ ਡਿਸਟਰੀਬਿਊਟਡ ਹੁੰਦਾ। ਉੱਪਰ ਵੀ ਹੋ ਸਕਦਾ, ਸਰਫੇਸ 'ਤੇ ਵੀ ਹੋ ਸਕਦਾ, ਬਲਕ 'ਚ ਵੀ ਹੋਣਾ, ਸਾਰੇ ਪਾਸੇ ਹੋਣਾ। ਠੀਕ ਹੈ, ਉਹ ਸਾਡਾ ਹੁੰਦਾ ਐਬਜ਼ੋਰਪਸ਼ਨ। ਠੀਕ ਹੈ, ਪਰ ਜਿਹੜਾ ਅਸੀਂ ਇਸ ਚੈਪਟਰ 'ਚ ਪੜ੍ਹ ਰਹੇ ਹਾਂ ਉਹ ਸਾਡੇ ਕੋਲ ਹੈਗਾ ਐਡਜ਼ੋਰਪਸ਼ਨ, ਜਿਹੜਾ ਸਿਰਫ ਸਰਫੇਸ ਫਿਨੋਮੀਨਾ ਹੈ, ਸਰਫੇਸ 'ਤੇ ਹੋਣ ਵਾਲਾ ਫਿਨੋਮੀਨਾ। ਠੀਕ ਹੈ, ਡਿਫਰੈਂਸ ਤੁਸੀਂ ਯਾਦ ਰੱਖਣਾ ਹੈ। ਨੈਕਸਟ ਕੀ ਹੈ, छोटा जिहा एक और डेफिनेशन है, सोर्प्शन। सोर्प्शन की है, सोर्प्शन डिस्क्राइब्स द प्रोसेस वैन एडजोर्प्शन एब्जोर्प्शन टेक प्लेस सिमल्टेनियसली। जदों एडजोर्प्शन भी हो तो एब्जोर्प्शन दोने इक्को बार होंदियां हो। ठीक है, इक्को टाइम ते होंदियां हो। इदां कित्थे हुंदा है, मान लो तुहाडे कोल कोई पानी का कोई बीकर है, तुसीं की कीता, उहदे विच टिशू पेपर हुंदा, ठीक है, बहुत पतला हुंदा, उहनूं तुसीं ਵਿੱਚ ਡਿਪ ਕੀਤਾ, ਕੀ ਹੋਣਾ ਹੈ, ਪਾਣੀ ਨੇ ਸਰਫੇਸ 'ਤੇ ਵੀ ਜਾਣਾ ਹੈ, ਜਿੱਦਾਂ ਜਿੱਦਾਂ ਸਰਫੇਸ 'ਤੇ ਜਾਣਾ ਉਹਦੇ ਨਾਲ ਹੀ ਅੰਦਰ ਵੀ ਚੱਲ ਜਾਣਾ। ਮਤਲਬ ਦੋਨੇ ਫਿਨੋਮੀਨਾ, ਸਰਫੇਸ 'ਤੇ ਵੀ ਜਾ ਰਿਹਾ ਪਾਣੀ, ਅੰਦਰ ਵੀ ਜਾ ਰਿਹਾ, ਦੋਨੇ ਫਿਨੋਮੀਨਾ ਜਿਹੜਾ ਇੱਕੋ ਟਾਈਮ 'ਤੇ ਹੋ ਰਿਹਾ, ਉਹਨੂੰ ਅਸੀਂ ਸੋਰਪਸ਼ਨ ਕਹਿੰਦੇ। ਠੀਕ ਹੈ, ਨੈਕਸਟ ਸਾਡੇ ਕੋਲ ਇੰਪੋਰਟੈਂਟ ਚੀਜ਼ ਹੈ ਕਿ ਐਡਜ਼ੋਰਪਸ਼ਨ ਦਾ ਮਕੈਨਿਜ਼ਮ ਕੀ ਹੈ, ਕੀ ਕਾਰਨ ਹੈ ਐਡਜ਼ੋਰਪਸ਼ਨ ਹੋਣ ਦਾ, ਕਿਉਂ ਕੋਈ ਬਾਹਰੋਂ ਸਬਸਟੈਂਸ ਆ ਕੇ ਕਿਸੇ ਸਰਫੇਸ 'ਤੇ ਐਡਜ਼ੋਰਬ ਹੁੰਦਾ ਪਿਆ। ਠੀਕ ਹੈ, ਕੀ ਕਾਰਨ ਹੈ, ਮੰਨ ਲਓ ਸਾਡੇ ਕੋਲ ਕੋਈ ਬੀਕਰ ਹੈ ਨਾ, ਉਹਦੇ ਵਿੱਚ ਅਸੀਂ ਵਾਟਰ ਪਾਇਆ, ਪਾਣੀ ਹੈ, ਕੀ ਹੈ, ਵਾਟਰ ਦੇ ਮੋਲੀਕਿਊਲਸ, ਬਲਕ 'ਚ ਮੋਲੀਕਿਊਲਸ ਹੈਗੇ ਸਾਰੇ। ਠੀਕ ਹੈ, ਸਰਫੇਸ 'ਤੇ ਕੁਛ ਮੋਲੀਕਿਊਲਸ ਹੈ। ਹੁਣ ਦੇਖੋ ਇਹਨਾਂ ਸਰਫੇਸ ਅਤੇ ਬਲਕ ਦੇ ਮੋਲੀਕਿਊਲ 'ਚ ਫਰਕ ਕੀ ਹੈ। ਜਿਹੜੇ ਬਲਕ 'ਚ ਮੋਲੀਕਿਊਲਸ ਹੈ ਨਾ ਅੰਦਰ, ਉਹਨਾਂ ਦੇ ਕੀ ਹੈ, ਚਾਰੇ ਪਾਸੋਂ ਕੋਈ ਨਾ ਕੋਈ ਉਹਨਾਂ ਨੂੰ ਫੋਰਸ ਲੱਗ ਰਹੀ ਹੈ। ਇੱਧਰ ਵਾਲੇ ਮੋਲੀਕਿਊਲਸ ਇਹਨੂੰ ਇੱਧਰ ਖਿੱਚ ਰਹੇ ਆ, ਇੱਧਰ ਵਾਲੇ ਇਹਨੂੰ ਇੱਧਰ ਖਿੱਚ ਰਹੇ ਆ, ਇੱਧਰ ਵਾਲੇ ਉੱਪਰ ਨੂੰ ਖਿੱਚ ਰਹੇ ਆ, ਥੱਲੇ ਵਾਲੇ ਥੱਲੇ ਨੂੰ ਖਿੱਚ ਰਹੇ ਆ ਨਾ, ਚਾਰੋਂ ਪਾਸੋਂ ਤੋਂ ਇਹ ਕੋਈ ਬੈਲੈਂਸ ਕੀਤਾ ਫੋਰਸਿਸ ਨੇ ਆਪਣੇ ਵੱਲ ਖਿੱਚ ਕੇ। ਠੀਕ ਹੈ, ਪਰ ਜਿਹੜੇ ਸਰਫੇਸ ਦੇ ਮੋਲੀਕਿਊਲਸ ਹੈ ਉਹਨਾਂ ਨੂੰ ਇੱਧਰ ਨੂੰ ਵੀ ਲੱਗ ਰਹੀ ਹੈ, ਇੱਧਰ ਨੂੰ ਵੀ ਲੱਗ ਰਹੀ ਹੈ, ਨੀਚੇ ਵੱਲ ਨੂੰ ਵੀ ਲੱਗ ਰਹੀ ਹੈ, ਪਰ ਉੱਪਰ ਕੋਈ ਇੱਦਾਂ ਦੀ ਫੋਰਸ ਨਹੀਂ ਹੈ। ਠੀਕ ਹੈ, ਕੋਈ ਇੱਦਾਂ ਦਾ ਮੋਲੀਕਿਊਲਸ ਹੀ ਹੈ ਨਹੀਂ ਜਿਹੜਾ ਕੀ ਕਰੇ, ਉਹਨੂੰ ਉੱਪਰ ਵੱਲ ਨੂੰ ਖਿੱਚੇ। ਠੀਕ ਹੈ, ਜਿਹਦੇ ਕਰਕੇ ਬੈਲੈਂਸ ਹੋ ਜਾਏ। ਠੀਕ ਹੈ, ਇਸ ਕਰਕੇ ਜਿਹੜੇ ਸਰਫੇਸ ਦੇ ਮੋਲੀਕਿਊਲਸ ਹੈ ਉਹ ਹੈਗੇ ਆ ਅਨਬੈਲੈਂਸਡ। ਠੀਕ ਹੈ, ਇਹ ਅਨਬੈਲੈਂਸ ਕਰਕੇ ਇਹਨਾਂ ਵਿੱਚ ਨਾ ਇੱਕ ਫੋਰਸ ਆ ਜਾਂਦੀ ਹੈ, ਉਹਨੂੰ ਅਸੀਂ ਰੈਜ਼ੀਡਿਊਲ ਅਟਰੈਕਟਿਵ ਫੋਰਸਿਸ ਕਹਿੰਦੇ ਹਾਂ। याद रखना, सरफेस के जोड़े मोलीक्यूल्स है उन्होंने को केड़ी फोर्स होंगी है, रेजिड्यूल अट्रैक्टिव फोर्सेस। ठीक है, यही फोर्सेस कारण बनती हैं एडजॉर्प्शन का। ये फोर्सेस की करती हैं, बाहर देखती हैं, कोई भी गैस है या कोई भी इदा का मोलीक्यूल्स है, ठीक है, उन्होंने की करती हैं, अपने वाल नूं अट्रैक्ट कर लैंदियां। ठीक है, उन्होंने अट्रैक्ट करके अपने सरफेस ते की कर लेंदी हैं, अकमुलेट कर लेंदी हैं। ठीक है, इसे करके जिहड़ा एडजॉर्प्शन है वो साडा अकर करता है। ठीक है, नैक्सट साडे कोल की है, कुछ पॉइंट तुसीं याद रखने हैं कि द एक्सटेंट ऑफ एडजॉर्प्शन इंक्रीजेज विद द इंक्रीज ऑफ सरफेस एरिया पर यूनिट मास ऑफ द एब्जॉर्बेंट एट अ गिवन टेंपरेचर एंड प्रेशर। सिंपल जी चीज़ है, जिन्ना ज़्यादा सरफेस का एरिया होगा, ठीक है, उन्ने मोलीक्यूल्स होंगे, उन्ने मोलीक्यूल्स किसी बाकी मोलीक्यूल्स नूं अपने सरफेस ते एब्जॉर्ब करवाएंगे। ठीक है, उन्नी ज़्यादा साडे को की होनी है, एडजॉर्प्शन। ठीक है, हमेशा याद रखना, एडजॉर्प्शन इंक्रीज़ करती है विद इंक्रीज़ इन सरफेस एरिया। ठीक है, एक और चीज़ तुसीं याद रखनी है कि हीट ऑफ एडजॉर्प्शन होंदा की है, जो एडजॉर्प्शन होंदी है तो हीट कितना चेंज होंदी है। ठीक है, ज़्यादातर ये असीं की देखते हैं, चेंज इन गिब्स एनर्जी वो किहदे इक्वल होंदी है, डेल्टा जी दे इक्वल है।
डेल्टा एच माइनस टी डेल्टा एस। ठीक है, एक कई बार सीधा सीधा पूछ लेंदी है कि डेल्टा जी च की चेंज आता है एडजॉर्प्शन विच, डेल्टा एच च की चेंज आता है, डेल्टा एस च की चेंज आता है। ठीक है, एडजॉर्प्शन याद रखना हमेशा किहड़ा फिनोमिना है, एक्सोथर्मिक प्रोसैस है। एक्सोथर्मिक मतलब इहदे विच हीट बाहर निकलती है। ਜਦੋਂ ਐਡਜ਼ੋਰਪਸ਼ਨ ਹੁੰਦੀ ਨਾ, ਕੋਈ ਮੋਲੀਕਿਊਲਸ ਆ ਕੇ ਸਰਫੇਸ 'ਤੇ ਅਕਮੂਲੇਟ ਕਰਦੇ ਆ ਤਾਂ ਹਮੇਸ਼ਾ ਹੀਟ ਬਾਹਰ ਨਿਕਲਦੀ ਹੈ। ਠੀਕ ਹੈ, ਜਿਹਦੇ ਕਰਕੇ ਜਿਹੜਾ ਡੈਲਟਾ ਐਚ ਹੈ ਉਹ ਕੀ ਹੋ ਜਾਣਾ ਹੈ, ਨੈਗੇਟਿਵ। ਠੀਕ ਹੈ, ਦੂਜੇ ਪਾਸੇ ਕੀ ਹੈ ਹੁਣ, ਵੈਨ ਗੈਸ ਇਜ਼ ਐਡਜ਼ੋਰਬ, ਮੰਨ ਲਓ ਜਿਹੜੇ ਮੋਲੀਕਿਊਲਸ ਐਡਜ਼ੋਰਬ ਹੁੰਦੇ ਪਏ ਨਾ, ਉਹ ਗੈਸ ਹੈ। ਠੀਕ ਹੈ, ਉਹ ਆ ਕੇ ਕੀ ਹੋ ਜਾਣੇ, ਐਡਜ਼ੋਰਬ ਹੋ ਜਾਣੇ। ਪਹਿਲਾਂ ਕੀ ਸੀਗੇ, ਪਹਿਲਾਂ ਤਾਂ ਉਹ ਫਰੀਲੀ ਮੂਵ ਕਰ ਰਹੇ ਸੀਗੇ, ਜਿੱਦਾਂ ਹੀ ਆ ਕੇ ਉਹ ਸਰਫੇਸ 'ਤੇ ਐਡਜ਼ੋਰਬ ਹੋ ਗਏ, ਉਹ ਵੱਧ ਗਏ। ਠੀਕ ਹੈ, ਉਹਨਾਂ ਦੀ ਫਰੀਡਮ ਆਫ ਮੂਵਮੈਂਟ ਹੋ ਗਈ ਨਾ, ਉਹ ਰਿਸਟ੍ਰਿਕਟਡ ਹੋ ਗਈ, ਜਿਹਦੇ ਕਰਕੇ ਸਾਡਾ ਜਿਹੜਾ ਡੈਲਟਾ ਐਸ ਹੈ ਉਹ ਵੀ ਨੈਗੇਟਿਵ ਹੋਣਾ। ਠੀਕ ਹੈ, ਹੁਣ ਡੈਲਟਾ ਐਸ ਵੀ ਨੈਗੇਟਿਵ, ਡੈਲਟਾ ਐਚ ਵੀ ਨੈਗੇਟਿਵ। ਠੀਕ ਹੈ, ਹਮੇਸ਼ਾ ਯਾਦ ਰੱਖਣਾ ਡੈਲਟਾ ਐਚ ਵੀ ਨੈਗੇਟਿਵ ਹੁੰਦਾ ਅਤੇ ਡੈਲਟਾ ਐਸ ਵੀ ਨੈਗੇਟਿਵ ਹੁੰਦਾ ਐਡਜ਼ੋਰਪਸ਼ਨ ਵਿੱਚ। ਠੀਕ ਹੈ, ਕਈ ਵਾਰੀ ਪੁੱਛ ਲੈਂਦੇ ਕਿ देखो, हाँ जी, कई बार की पूछ लेंदे है कि जे सानू स्पॉन्टेनियस प्रोसैस है उहदे विच हमेशा सानू जिहड़ा डेल्टा जी वो चाहिदा हुंदा नैगेटिव। ठीक है, डेल्टा जी हमेशा नैगेटिव होना चाहिए। ये डेल्टा जी जिहड़ा हैगा साडे कोल ये सानू चाहिदा नैगेटिव स्पॉन्टेनियस प्रोसैस लई। ठीक है, ਹੁਣ ਸਾਨੂੰ ਪਤਾ डेल्टा एस भी नैगेटिव है, डेल्टा एच भी नैगेटिव है। ये नैगेटिव कदों आऊगा? ठीक है, ਹੁਣ देखो डेल्टा एस नैगेटिव है, ਇਹਦੇ ਨਾਲ ਇਹ ਕੀ ਦੋਨੇ ਪਹਿਲਾਂ भी नैगेटिव है, दोनों की हो जानी ये वैल्यू पूरी प्लस च। ठीक है, ਹੁਣ ਇਹ चीज़ कदों नैगेटिव आऊगी, ਜਦੋਂ ਇਹ नैगेटिव होगी, ये नैगेटिव भी होगी तो ਇਹਦੇ ਨਾਲੋਂ ज़्यादा भी होगी। ठीक है, इट इज़ पॉसिबल वैन डेल्टा एच इज़ हाईली नैगेटिव वैल्यू। ठीक है, स्पॉन्टेनियस प्रोसैस उदों ही हो सकता है जदों डेल्टा एच हाईली नैगेटिव होवे। ठीक है, ये दिमाग च रख लेना। स्पॉन्टेनियस मतलब लगातार चलता रहे प्रोसैस एडजॉर्प्शन का। ठीक है, उदों ही पॉसिबल हो सकता है जदों डेल्टा एच नैगेटिव होवे। ठीक है, हाईली नैगेटिव। ओके, नेक्स्ट देखते हैं। नेक्स्ट साढ़े को है टाइप्स ऑफ एडजॉर्बेंट, कि एडजॉर्बेंट्स दियाँ टाइप्स की है। ठीक है, देखो एडजॉर्बेंट एडजॉर्प्शन जिहड़ी हैगी ना, उहदियां दो टाइप्स है, एक फिजिकल एडजॉर्प्शन जां असीं इहनूं फिजिजॉर्प्शन भी कहते हैं। दूसरी की है कैमिकल एडजॉर्प्शन जां इहनूं असीं कैमिजॉर्प्शन भी कहते हैं। ठीक है, कल्ले कल्ले बारे पढ़ांगे हम। पहले नंबर पर है फिजिकल एडजॉर्प्शन या फिजियोजॉर्प्शन। देखो की हुंदा है, अकमूलेशन ऑफ गैस ऑन द सरफेस ऑफ अ सॉलिड अकर्स ऑन अकाउंट ऑफ वीक वैन डर वाल फोर्सेस। गैस के मोलीक्यूल्स का आके इकट्ठा होना ऑन द सरफेस ऑफ सॉलिड। ठीक है, उन्हां विचकार जिहड़ी भी मतलब फोर्सेस है वो होण वीक वैन डर वाल फोर्सेस। ठीक है, ये कोई सरफेस के मोलीक्यूल्स है, एक गैस के मोलीक्यूल्स है, ये आके इन्हां नाल किदां एक दूजे नाल जुड़े है वीक वैन डर वाल फोर्सेस करके। ठीक है, वो वाला फिनोमिना साडा की है फिजिकल एडजॉर्प्शन। ठीक है, सिर्फ इन्हां दोनों विच की है एक फोर्स है, फोर्स ऑफ अट्रैक्शन, जिहदे करके ये एक दूजे दे नाल जुड़े हुए हैं। ठीक है, ये वाला फिनोमिना साडा की है फिजिकल एडजॉर्प्शन जां फिजियोप्शन। दूजे पासे जिहड़ा हैगा साडा कैमिजॉर्प्शन। ये फिजियोप्शन तो किदां अलग है, इहदे विच की हुंदा सेम होना, अकमुलेशन ऑफ गैस ऑन द सरफेस ऑफ सॉलिड अकर्स ऑन अकाउंट ऑफ कैमिकल बॉन्ड्स। याद रखना हमेशा कैमिजॉर्प्शन विच की बनते हैं कैमिकल बॉन्ड्स। फिजिजॉर्प्शन की हो रहा सीगा सिर्फ एक दूजे विच फोर्स ऑफ अट्रैक्शन सीगियां वीक वैन डर वाल फोर्सेस, पर दूजे पासे जिहड़ा कैमिजॉर्प्शन है उहदे विच की है कैमिकल्स बॉन्ड बन रहे हैं। ठीक है, की होना
ਸਰਫੇਸ ਦੇ ਮੋਲੀਕਿਊਲਸ ਹੈ ਜਿੱਦਾਂ ਹੀ ਟੈਂਪਰੇਚਰ ਹਾਈ ਕੀਤਾ ਨਾ, ਜਿਹੜੇ ਮੋਲੀਕਿਊਲਸ ਹੈ ਉਹ ਅਲੱਗ-ਅਲੱਗ ਹੋ ਗਏ, ਠੀਕ ਹੈ। ਉਹਨਾਂ ਨੇ ਕੀ ਕਰਨਾ, ਇਹਨਾਂ ਨਾਲ ਬੌਂਡਿੰਗ ਬਣਾ ਲੈਣੀ ਹੈ, ਠੀਕ ਹੈ। ਇਸ ਕਰਕੇ ਇਸ ਨੂੰ ਅਸੀਂ ਐਕਟੀਵੇਟਡ ਐਬਜ਼ੋਰਪਸ਼ਨ ਵੀ ਕਹਿੰਦੇ ਹਾਂ, ਠੀਕ ਹੈ, ਬੌਂਡਸ ਦੇ ਕਾਰਨ। ਨੈਕਸਟ ਸਾਡੇ ਕੋਲ ਹੈ ਇੱਕ, ਤੁਸੀਂ ਯਾਦ ਰੱਖਣਾ ਕਿ ਫਿਜ਼ੀਓਪਸ਼ਨ ਐਟ ਲੋ ਟੈਂਪਰੇਚਰ, ਕਿਉਂਕਿ ਫਿਜ਼ੀਓਪਸ਼ਨ ਹਮੇਸ਼ਾ ਲੋ ਟੈਂਪਰੇਚਰ 'ਤੇ ਹੁੰਦੀ ਹੈ, ਠੀਕ ਹੈ। ਜਿੱਦਾਂ ਹੀ ਅਸੀਂ ਟੈਂਪਰੇਚਰ ਵਧਾਉਣਾ, ਕੀ ਕਰਨਾ, ਮੋਲੀਕਿਊਲਸ ਨੇ ਬੌਂਡਿੰਗ ਸ਼ੁਰੂ ਕਰ ਦੇਣੀ, ਬੌਂਡ ਬਣਾ ਲੈਣਾ। ਜਦੋਂ ਬੌਂਡ ਸ਼ੁਰੂ ਕਰਤਾ ਫਿਰ ਕੀ ਹੋਣਾ, ਕੈਮੀਜ਼ੋਪਸ਼ਨ ਸ਼ੁਰੂ ਹੋ ਜਾਣੀ, ਜਿੱਦਾਂ ਹੀ ਅਸੀਂ ਟੈਂਪਰੇਚਰ ਇਨਕਰੀਜ਼ ਕੀਤਾ। ਯਾਦ ਰੱਖਣਾ, ਜਿੱਦਾਂ ਹੀ ਅਸੀਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਫਿਜ਼ੀਓਪਸ਼ਨ ਜਿਹੜਾ ਚੇਂਜ ਹੋ ਜਾਂਦਾ ਕੈਮੀਓਪਸ਼ਨ 'ਚ, ਠੀਕ ਹੈ। ਇੰਨਾ ਤੁਸੀਂ ਯਾਦ ਰੱਖਣਾ। ਨੈਕਸਟ ਹੁਣ ਇਕੱਲੇ ਦੇ ਫੀਚਰਸ ਹੈ ਕਿ ਫਿਜ਼ੀਓਪਸ਼ਨ ਦੇ ਕੀ ਫੀਚਰਸ ਹੈ, ਠੀਕ ਹੈ। ਇਹ ਦੇਖ ਲਓ, ਪਹਿਲਾਂ ਕੀ ਲੈਕ ਆਫ ਸਪੈਸੀਫਿਸਿਟੀ। ਸਿੰਪਲ ਜੀ ਚੀਜ਼ ਹੈ, ਜਿਹੜਾ ਵੀ ਥੱਲੇ ਐਡਜ਼ੋਰਬੈਂਟ ਹੈ ਨਾ, ਸਰਫੇਸ ਹੈ, ਉਹ ਕੋਈ ਪ੍ਰੈਫਰੈਂਸ ਨਹੀਂ ਸ਼ੋ ਕਰਦਾ ਕਿ ਮੈਨੂੰ ਇਹ ਵਾਲਾ ਸਬਸਟਾਂਸ ਚਾਹੀਦਾ, ਕਿ ਮੈਨੂੰ ਇਹ ਵਾਲੀ ਗੈਸ ਦੇ ਮੋਲੀਕਿਊਲਸ ਨੂੰ ਮੈਂ ਨਹੀਂ ਅਸੈਪਟ ਕਰਨਾ, ਦੂਜੇ ਵਾਲੇ ਦੇ ਨਹੀਂ ਕਰਨਾ, ਇਹ ਵਾਲੀ ਆਉਂਦੇ ਦੂਜੀ ਵਾਲੀ ਨਹੀਂ ਆਉਂਦੇ, ਇੱਦਾਂ ਦੀ ਕੋਈ ਸਪੈਸੀਫਿਸਿਟੀ ਨਹੀਂ, ਕਿਉਂਕਿ ਵੈਨ ਡਰ ਵਾਲਸ ਫੋਰਸ ਯੂਨੀਵਰਸਲ ਹੈ, ਸਾਰਿਆਂ ਵਿੱਚ ਲੱਗਦੀਆਂ, ਸਾਰਿਆਂ ਨੂੰ ਅਟਰੈਕਟ ਕਰਨੇ ਕਰਨਾ, ਠੀਕ ਹੈ, ਕੋਈ ਸਪੈਸੀਫਿਸਿਟੀ ਨਹੀਂ ਹੈ, ਠੀਕ ਹੈ। ਦੂਸਰਾ ਕੀ ਹੈ, ਨੇਚਰ ਆਫ ਐਡਜ਼ੋਰਬੇਟ। ਇਹ ਕੀ ਹੈ, ਹੁਣ ਥੱਲੇ ਸਰਫੇਸ ਹੈ, ਉਹ ਕੀ ਕਰਦਾ ਹੈ, ਦੇ ਸਬਸਟਾਂਸ ਹੈ ਜਿਹੜੇ ਕਿ ਈਜ਼ੀਲੀ ਲਿਕੁਫਾਈਡ ਹੋ ਜਾਂਦੇ ਆ, ਲਿਕੁਇਫੇਬਲ ਹੈ, ਜਲਦੀ ਪਾਣੀ 'ਚ ਤਬਦੀਲ ਹੋ ਜਾਂਦੇ ਆ, ਠੀਕ ਹੈ, ਜੋ ਪਾਣੀ 'ਚ ਘੁਲ ਜਾਂਦੇ ਜੋ ਵੀ ਹੈਗਾ, ਠੀਕ ਹੈ। ਈਜ਼ੀਲੀ ਲਿਕੁਇਫੇਬਲ ਗੈਸਿਸ ਹੈ ਨਾ, ਉਹਨਾਂ ਨੂੰ ਜਲਦੀ ਆਪਣੇ ਵੱਲ ਅਟਰੈਕਟ ਕਰਦੇ ਆ। ਕੀ ਲਿਖਿਆ, easily liquefiable gases are readily absorbed as van der Waals forces are stronger near the critical temperatures, ठीक है। क्रिटिकल टैंपरेचर ਦੇ ਨੇੜੇ ਜਿਹੜੀਆਂ ਵੈਨ ਡਰ ਵਾਲਸ ਫੋਰਸਿਸ ਹੁੰਦੀਆਂ ਉਹ ਸਟਰੋਂਗ ਹੁੰਦੀਆਂ, ਅਤੇ ਉਹਦੇ ਨਾਲ ਕੀ ਹੁੰਦਾ, ਜਿਹੜਾ ਜਲਦੀ ਐਡਜ਼ੋਰਪਸ਼ਨ ਹੋ ਜਾਂਦੀ ਹੈ, ਠੀਕ ਹੈ। ਹੁਣ ਜਿੱਦਾਂ ਐਗਜ਼ਾਮਪਲ ਹੈ, ਸਾਡੇ ਕੋਲ 3 ਗੈਸਿਸ ਹੈ, ਠੀਕ ਹੈ, ਹਾਈਡਰੋਜਨ ਹੈ, मीथेन है, सल्फर डाइऑक्साइड है। ये सारे नीचे की लिखे है क्रिटिकल टेंपरेचर्स। हाइड्रोजन का क्रिटिकल टेंपरेचर है 33 कैलविन, मीथेन का 190 कैलविन, ठीक है। सल्फर डाइऑक्साइड का 630 कैलविन, ठीक है। असी की करना, इन्होंने तिनों विचों देखना कौन चारकोल के उपर ईजली एडजोर्ब होंदा, वो ज़्यादा एडजोर्ब होना जिहदा क्रिटिकल टैंपरेचर ज़्यादा है, ਉਹਦੇ ਨਾਲ ਉਹ ਈਜ਼ੀਲੀ ਲਿਕੁਇਫੇਬਲ ਹੈ। ਕ੍ਰਿਟੀਕਲ ਟੈਂਪਰੇਚਰ ਇਹਨਾਂ ਵਿੱਚੋਂ ਕਿਹਦਾ ਜ਼ਿਆਦਾ ਹੈ, ਸਲਫਰ ਡਾਈਆਕਸਾਈਡ। ਅਤੇ ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਪਹਿਲਾਂ ਐਡਜ਼ੋਰਬ ਕੌਣ ਹੋਊਗਾ, ਸਲਫਰ ਡਾਈਆਕਸਾਈਡ। ਉਸ ਤੋਂ ਬਾਅਦ ਮਿਥੇਨ ਦਾ ਕ੍ਰਿਟੀਕਲ ਟੈਂਪਰੇਚਰ, ਉਸ ਤੋਂ ਬਾਅਦ ਮਿਥੇਨ ਐਡਜ਼ੋਰਬ ਹੋਊਗਾ, ਉਸ ਤੋਂ ਬਾਅਦ ਹਾਈਡਰੋਜਨ। ਅਸੀਂ ਯਾਦ ਰੱਖਣਾ, ਜਿੰਨਾ ਜ਼ਿਆਦਾ ਹਾਈ ਕ੍ਰਿਟੀਕਲ ਟੈਂਪਰੇਚਰ ਉਨੀ ਜ਼ਿਆਦਾ ਕੀ ਹੋਣੀ, ਐਡਜ਼ੋਰਪਸ਼ਨ ਤੇਜ਼ੀ ਨਾਲ ਹੋਣੀ, ਠੀਕ ਹੈ। ਨੈਕਸਟ ਸਾਡੇ ਕੋਲ ਕੀ ਹੈ ਕਿ ਜਿਹੜੀ ਫਿਜ਼ੀਕਲ ਐਡਜ਼ੋਰਪਸ਼ਨ ਹੈ ਨਾ, ਉਹ ਰਿਵਰਸੀਬਲ ਨੇਚਰ ਦੀ ਹੁੰਦੀ ਹੈ, ਠੀਕ ਹੈ। ਜੇ ਕੋਈ ਸਬਸਟਾਂਸ ਆ ਕੇ ਉੱਪਰ ਐਬਜ਼ੋਰਬ ਹੋ ਗਿਆ, ਉਸ ਨੂੰ ਵਾਪਸ ਅਸੀਂ ਉਹਦੀ ਡੀਜ਼ੋਰਪਸ਼ਨ ਵੀ ਕਰ ਸਕਦੇ ਹਾਂ, ਠੀਕ ਹੈ। ਇਹ ਤਾਂ ਤੁਹਾਨੂੰ ਦੱਸਿਆ ਹੀ ਹੈ। ਉਸ ਤੋਂ ਬਾਅਦ ਹੈ ਸਰਫੇਸ ਏਰੀਆ। ਇਹ ਵੀ ਦੱਸਿਆ ਕਿ ਜਿੰਨਾ ਜ਼ਿਆਦਾ ਸਰਫੇਸ ਏਰੀਆ ਹੋਣਾ ਉਨੀ ਜ਼ਿਆਦਾ ਐਡਜ਼ੋਰਪਸ਼ਨ ਹੋਣੀ ਹੈ। 5th ਪੁਆਇੰਟ ਕੀ ਹੈ, ਐਂਥੈਲਪੀ ਆਫ ਐਡਜ਼ੋਰਪਸ਼ਨ। ਜਿਹੜੀ ਐਂਥੈਲਪੀ ਆਫ ਐਡਜ਼ੋਰਪਸ਼ਨ ਹੁੰਦੀ ਨਾ, ਉਹ ਕੁਆਇਟ ਲੋ ਹੁੰਦੀ ਡਿਊ ਟੂ ਵੀਕ ਵੈਨ ਡਰ ਵਾਲ ਫੋਰਸਿਸ, ਕਿਉਂਕਿ ਵੈਨ ਡਰ ਵਾਲ ਫੋਰਸਿਸ ਹੈ, ਠੀਕ ਹੈ। ਉਹਦੇ ਨਾਲ ਕੀ ਹੋਣਾ, ਇਹਦੀ ਜਿਹੜੀ ਐਂਥੈਲਪੀ ਹੋਣੀ ਨਾ, ਉਹ ਕੀ ਹੋਣੀ, ਕਾਫੀ ਲੋ ਹੋਣੀ, ਠੀਕ ਹੈ। ਇੱਕ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਕੀ ਹੈ ਕਿ ਕੋਈ ਵੀ ਨੋ ਐਪਰੀਸ਼ੀਏਬਲ ਐਕਟੀਵੇਸ਼ਨ ਐਨਰਜੀਜ਼ ਨੀਡਡ। ਕੋਈ ਵੀ ਇਹ ਪ੍ਰੋਸੈਸ ਕਰਵਾਉਣ ਲਈ ਸਾਨੂੰ ਬਾਹਰੋਂ ਕੋਈ ਐਨਰਜੀ ਨਹੀਂ ਪ੍ਰੋਵਾਈਡ ਕਰਨੀ ਪੈਂਦੀ, ਠੀਕ ਹੈ। ਹਰੇਕ ਯੂਨੀਵਰਸਲ ਵੈਨ ਡਰ ਵਾਲ ਫੋਰਸਿਸ ਹੈ, ਲੱਗਦੀਆਂ ਦੋ ਫੇਜ਼ਿਸ ਦੇ ਵਿਚਕਾਰ, ਠੀਕ ਹੈ। 7th ਪੁਆਇੰਟ ਕੀ ਹੈ,
ਫਿਜ਼ੀਓਸ਼ਨ ਹੋਣ ਲਈ ਜਿਹੜਾ ਲੋ ਟੈਂਪਰੇਚਰ ਹੋਣਾ ਚਾਹੀਦਾ ਹੈ। ਹਮੇਸ਼ਾ ਜਿਹੜੀ ਫਿਜ਼ੀਓਸ਼ਨ ਹੁੰਦੀ ਹੈ ਉਹ ਹਮੇਸ਼ਾ ਲੋ ਟੈਂਪਰੇਚਰ 'ਤੇ ਹੁੰਦੀ ਹੈ। ਇਹ 7 ਪੁਆਇੰਟ ਤੁਸੀਂ ਯਾਦ ਰੱਖਣੇ, ਠੀਕ ਆ। ਉਸ ਤੋਂ ਬਾਅਦ ਹੈ ਕੈਮੀਜ਼ੋਪਸ਼ਨ। ਇਹਦੇ ਫੀਚਰਸ ਸੇਮ ਉਹਦੇ ਨਾਲ ਮਿਲਦੇ ਜੁਲਦੇ ਆ। ਇਹਦੇ ਵਿੱਚ ਹਾਈ ਸਪੈਸੀਫਿਸਿਟੀ ਹੈ ਕਿਉਂਕਿ ਹੁਣ ਦੋ ਚੀਜ਼ਾਂ ਵਿੱਚ ਕੀ ਬਣਨਾ ਹੈ, ਬੌਂਡ। ਉੱਧਰ ਫੋਰਸਿਸ ਨਾਲ ਲੱਗਦੀਆਂ ਰਹੀਆਂ, ਠੀਕ ਹੈ। ਹੁਣ ਬੌਂਡ ਬਣਨ ਦਾ ਕੀ ਮਤਲਬ ਹੈ, ਬੌਂਡ ਉਹਨਾਂ ਵਿਚਕਾਰ ਹੀ ਬਣ ਸਕਦਾ ਹੈ ਜਿਹੜੇ ਕਿ ਹੁਣ ਇੱਕ ਦੂਜੇ ਨੂੰ ਅਟਰੈਕਟ ਕਰਦੇ ਹੋਣ ਕਿ ਮੈਨੂੰ ਇਹ ਚਾਹੀਦਾ ਜਿੱਦਾਂ, ਹੈ ਨਾ। ਹਾਈ ਸਪੈਸੀਫਿਸਿਟੀ ਵਿੱਚ ਕੀ ਹੈ, ਕੈਮੀਜ਼ੋਪਸ਼ਨ ਅਕਰਜ਼ ਇਫ ਦੇਅਰ ਇਜ਼ ਸਮ ਪੋਸੀਬਿਲਿਟੀ ਆਫ ਕੈਮੀਕਲ ਬੌਂਡਿੰਗ ਬਿਟਵੀਨ ਐਬਜ਼ੋਰਬੈਂਟ ਐਂਡ ਐਬਜ਼ੋਰਬੇਟ, ਠੀਕ ਹੈ। ਕੈਮੀਜ਼ੋਪਸ਼ਨ ਉਦੋਂ ਹੀ ਹੋਊਗੀ ਜੇ ਦੋਨਾਂ ਵਿਚਕਾਰ ਬੌਂਡ ਬਣ ਸਕਦਾ ਹੈ, ਠੀਕ ਹੈ। ਐਬਜ਼ੋਰਬੈਂਟ ਵੀ ਸਹਿਮਤ ਹੋਣਾ ਚਾਹੀਦਾ ਅਤੇ ਐਬਜ਼ੋਰਬੇਟ ਵੀ, ਫਿਰ ਹੀ ਬੌਂਡ ਬਣ ਸਕਦਾ ਹੈ। ਇਸ ਕਰਕੇ ਦੇਖਣਾ ਪੈਣਾ ਕਿ ਇਹਦੇ ਨਾਲ ਇਹਦਾ ਬੌਂਡ ਬਣ ਸਕਦਾ, ਇਸ ਕਰਕੇ ਇਹ ਚੀਜ਼ ਇੱਥੇ ਐਬਜ਼ੋਰਬ ਹੋਣੀ, ਇਹਦੇ ਨਾਲ ਇਹ ਬੌਂਡ ਨਹੀਂ ਬਣਾ ਸਕਦਾ, ਇਸ ਕਰਕੇ ਇਹ ਚੀਜ਼ ਇੱਥੇ ਐਬਜ਼ੋਰਬ ਨਹੀਂ ਹੋਣੀ, ਠੀਕ ਹੈ। ਇਹ ਸਾਰਾ ਹੁੰਦਾ ਕੈਮੀਜ਼ੋਪਸ਼ਨ। ਦੂਜੇ ਪਾਸੇ ਕੀ ਹੈ, ਇਰੀਵਰਸੀਬਿਲਿਟੀ। ਪ੍ਰੋਸੈਸ ਜਿਹੜਾ ਕੈਮੀਜ਼ੋਪਸ਼ਨ ਦਾ ਹੈ ਇਰੀਵਰਸੀਬਲ ਹੁੰਦਾ। ਇੱਕ ਵਾਰੀ ਬੌਂਡ ਬਣ ਗਿਆ, ਠੀਕ ਹੈ, ਉਸ ਤੋਂ ਬਾਅਦ ਉਹਨੂੰ ਤੋੜਨਾ ਬਹੁਤ ਔਖਾ ਹੈ। ਰਿਵਰਸਲ ਪ੍ਰੋਸੈਸ ਬਹੁਤ ਔਖਾ ਹੈ। ਤੀਸਰੇ ਨੰਬਰ 'ਤੇ ਹੈ ਸਰਫੇਸ ਏਰੀਆ, ਠੀਕ ਹੈ। ਸਰਫੇਸ ਏਰੀਆ ਸੇਮ ਹੀ, ਜਿੰਨਾ ਜ਼ਿਆਦਾ ਸਰਫੇਸ ਏਰੀਆ ਹੋਊਗਾ ਉਨੀ ਜ਼ਿਆਦਾ ਐਬਜ਼ੋਰਪਸ਼ਨ ਹੋਣੀ। ਇਹ ਵੀ ਸੇਮ ਹੈ, ਕੈਮੀਜ਼ੋਪਸ਼ਨ ਵਿੱਚ ਵੀ ਸੇਮ ਹੈ। ਫੋਰਥ ਪੁਆਇੰਟ ਇੰਪੋਰਟੈਂਟ ਹੈ ਕਿ ਐਂਥੈਲਪੀ ਆਫ ਐਬਜ਼ੋਰਪਸ਼ਨ ਕੀ ਹੈ, ਵੈਰੀ ਹਾਈ, ਠੀਕ ਹੈ। ਕਿਉਂ ਹਾਈ ਹੈ, ਕਿਉਂਕਿ ਇਹਦੇ ਵਿੱਚ ਕੈਮੀਕਲ ਬੌਂਡ ਬਣ ਰਹੇ ਹੈ, ਠੀਕ ਹੈ। ਕੈਮੀਕਲ ਬੌਂਡ ਬਣਨ ਕਰਕੇ ਜਿਹੜੀ ਐਂਥੈਲਪੀ ਹੈ ਨਾ ਇਹਦੀ, ਉਹ ਬਹੁਤ ਜ਼ਿਆਦਾ ਹੋਣੀ, ਠੀਕ ਹੈ। ਫਿਫਥ ਕੀ ਹੈ, ਹਾਈ ਐਕਟੀਵੇਸ਼ਨ ਐਨਰਜੀ ਸਮਟਾਈਮਸ ਨੀਡਡ। ਕਈ ਵਾਰ ਕੀ ਹੁੰਦਾ ਹੈ, ਬੌਂਡ ਬਣਾਉਣ ਲਈ ਨਾ ਸਾਨੂੰ ਬਾਹਰ ਤੋਂ ਐਕਟੀਵੇਸ਼ਨ ਐਨਰਜੀ ਪ੍ਰੋਵਾਈਡ ਕਰਨੀ ਪੈਂਦੀ ਹੈ ਕਿ ਉਹਨਾਂ ਵਿੱਚ ਬੌਂਡ ਬਣ ਜਾਣ, ਠੀਕ ਆ। ਛੇਵਾਂ ਕੀ ਪੁਆਇੰਟ ਕਿ ਹਾਈ ਟੈਂਪਰੇਚਰ ਇਜ਼ ਫੇਵਰੇਬਲ। ਕੈਮੀਜ਼ੋਪਸ਼ਨ ਹੋਣ ਲਈ ਸਾਨੂੰ ਹਾਈ ਟੈਂਪਰੇਚਰ ਦੀ ਲੋੜ ਹੁੰਦੀ ਹੈ, ਠੀਕ ਆ। ਨੈਕਸਟ ਸਾਡੇ ਕੋਲ ਕੀ ਹੈ, ਦੇਖੋ ਇਹ ਵੀ ਇੰਪੋਰਟੈਂਟ ਹੈ, ਐਡਜ਼ੋਰਪਸ਼ਨ ਆਈਸੋਥਰਮਸ, ਠੀਕ ਹੈ। ਆਈਸੋਥਰਮਸ ਮਤਲਬ ਇਹ ਕੁਛ ਨਾ ਕਰਵਸ ਹੈ, curves that are used to express the variation in the amount of gas absorbed by the absorbent with the pressure। ਕੀ ਦੇਖਣਾ ਹੈ ਅਸੀਂ, ਇੱਦਾਂ ਦੀਆਂ ਕਰਵਸ ਹੈ ਜਿਹੜੀਆਂ ਸਾਨੂੰ ਵੇਰੀਏਸ਼ਨ ਸ਼ੋਅ ਕਰਦੀਆਂ ਐਬਜ਼ੋਰਬ, ਕਿੰਨੀ ਗੈਸ ਐਬਜ਼ੋਰਬ ਹੋਈ ਹੈ ਵਿਦ ਪ੍ਰੈਸ਼ਰ। ਇੱਕ ਪਾਸੇ ਪ੍ਰੈਸ਼ਰ ਹੈ, ਇਹ x/m ਅਮਾਊਂਟ ਹੈ ਕਿ ਕਿੰਨੀ ਗੈਸ ਐਬਜ਼ੋਰਬ ਹੁੰਦੀ ਪਈ ਹੈ ਐਟ ਕੌਂਸਟੈਂਟ ਟੈਂਪਰੇਚਰ, ਠੀਕ ਹੈ। 273 ਕੈਲਵਿਨ ਦਾ ਟੈਂਪਰੇਚਰ ਹੈ, ਠੀਕ ਹੈ। ਇਹ ਤੁਹਾਡੇ ਕੋਲ ਇੱਕ ਕਰਵ ਬਣੀ ਹੈ, ਠੀਕ ਹੈ। ਜਿੱਦਾਂ ਜਿੱਦਾਂ ਅਸੀਂ ਪ੍ਰੈਸ਼ਰ ਵਧਾਇਆ ਉੱਦਾਂ ਤੱਕ ਹੀ ਇਹ ਗੈਸ ਐਬਜ਼ੋਰਬ ਹੁੰਦੀ ਗਈ। ਇੱਦਾਂ 244 ਕੈਲਵਿਨ 'ਤੇ 195 ਕੈਲਵਿਨ 'ਤੇ। ਯਾਦ ਰੱਖਣਾ ਕਰਵਸ ਹੈ ਕੁਛ, ਵੇਰੀਏਸ਼ਨ ਸ਼ੋਅ ਕਰਦੀਆਂ ਇਹ ਪ੍ਰੈਸ਼ਰ ਵਿਦ ਰਿਸਪੈਕਟ ਟੂ ਕਿ ਕਿੰਨੀ ਗੈਸ ਐਬਜ਼ੋਰਬ ਹੋਈ ਹੈ, ਠੀਕ ਹੈ। ਇਸੇ ਵਿੱਚ ਨਾ ਇੱਕ ਸਾਇੰਟਿਸਟ ਸੀਗਾ ਫਰੈਂਡਲਿਕ ਐਡਜ਼ੋਰਪਸ਼ਨ ਆਈਸੋਥਰਮ। ਇਸੇ ਰਿਕਾਰਡਿੰਗ ਉਹਨੇ ਕੀ ਦਿੱਤੀ, ਆਪਣੀ ਇੱਕ ਇਕੁਏਸ਼ਨ ਦਿੱਤੀ ਹੈ, ਠੀਕ ਹੈ। ਇਕੁਏਸ਼ਨ ਕੀ ਹੈ, x/m ਇਜ਼ ਇਕੁਅਲ ਟੂ k p⁻1/n, ਅਤੇ n ਹਮੇਸ਼ਾ 1 ਤੋਂ ਵੱਡਾ ਹੋਣਾ ਚਾਹੀਦਾ। ਇਹਦੇ ਵਿੱਚ x ਕੀ ਹੈ, ਮਾਸ ਆਫ ਦਾ ਗੈਸ ਐਬਜ਼ੋਰਬ, ਕਿ ਕਿੰਨੀ ਗੈਸ ਐਬਜ਼ੋਰਬ ਹੋ ਰਹੀ ਹੈ। ਨੀਚੇ ਵਾਲੀ m ਕੀ ਹੈ, ਮਾਸ ਆਫ ਦਾ ਐਬਜ਼ੋਰਬੈਂਟ, ਕਿ ਜਿਹੜਾ ਅਸੀਂ ਨੀਚੇ ਐਬਜ਼ੋਰਬੈਂਟ ਯੂਜ਼ ਕੀਤਾ ਹੈ ਉਹਦਾ ਕੀ ਮਾਸ ਹੈ। p ਪ੍ਰੈਸ਼ਰ, k ਅਤੇ n ਦੋਨੇ ਕੀ ਹੈ, ਕੌਂਸਟੈਂਟ, ਠੀਕ ਹੈ। ਬਸ ਤੁਸੀਂ ਇਹਦੇ ਵਿੱਚ ਯਾਦ ਰੱਖਣਾ ਕਿ ਇਹਦੇ ਵਿੱਚ ਜਿਹੜਾ ਗ੍ਰਾਫ ਬਣਦਾ ਨਾ ਉਹ ਹਮੇਸ਼ਾ ਕਿਹੜਾ ਬਣਦਾ ਹੈ, ਸਟ੍ਰੇਟ ਲਾਈਨ, ਠੀਕ ਹੈ। ਜਦੋਂ ਅਸੀਂ ਇਹਦਾ ਲੋਗ ਵਗੈਰਾ ਲਵਾਂਗੇ ਨਾ ਸਾਡੇ ਕੋਲ ਕੀ ਆ ਜਾਣਾ ਹੈ, y = mx + c ਦੇ ਬਰਾਬਰ ਆਉਣਾ, ਜੋ ਕਿ ਹੈ ਸਟ੍ਰੇਟ ਲਾਈਨ।
ठीक है। तो याद रखना प्रैशर तो कितनी गैस एब्जॉर्ब हो रही है उन्होंने विचकार जोड़ा ग्राफ बनता ना वो की बनता है स्ट्रेट लाइन। ठीक है। नेक्स्ट देखते हैं, ये भी इंपॉर्टेंट है। हम साढ़े को पहले ही कोई सोल्यूशन है मान लो, ठीक है, ये मैं बीकर लिया वो पहले ही एसिटिक एसिड सोल्यूशन है। सोल्यूशन कितना बनता है, कोई ना कोई सल्यूट तो सोलवेंट, कोई सोलवेंट है वो सल्यूट पहले ही घोल लिया कोई, ठीक है, एसिटिक एसिड सोल्यूशन बनाया। ठीक है। हुण की कीता है मैं की कीता उहदे विच ना चारकोल पाता। हुण चारकोल की करता है, इन की करना है, ये साढ़े को सोल्यूशन है, ये जिन्ने भी सल्यूट पार्टिकल्स है ना वो आके की कर देने हैं ये उपर एब्जॉर्ब कर जाने हैं। सोल्यूशन विचों सल्यूट निकल के चारकोल के उपर एब्जॉर्ब हो गया। ठीक है। इनू असीं कहना है एब्जॉर्प्शन फ्रॉम सोल्यूशन फेज, सोल्यूशन विचों निकल के एब्जॉर्ब होना सॉलिड ते। ठीक है। देखो हाँ की कहते द एक्सटेंट ऑफ एब्जॉर्प्शन डिक्रीजेज विद एन इनक्रीज इन टैंपरेचर। पर जोड़ा ये एब्जॉर्प्शन है ना वो डिक्रीज कर देती है विद इनक्रीज इन टैंपरेचर। जिदा जिदा असी टैंपरेचर बढ़ाना है उदा उदा की करना है जोड़ा एब्जॉर्प्शन है ना वो डिक्रीज करता है। ये तुसीं याद रखना है। दूसरे नंबर पर की याद रखना है द एक्सटेंट ऑफ एब्जॉर्प्शन इनक्रीजेज विद द सरफेस एरिया। ये तो पहला भी दसते हैं टैंपरेचर ना हमेशा एब्जॉर्प्शन की करती है डिक्रीज, पर सरफेस एरिया ना की करती है इनक्रीज। ठीक है। नेक्स्ट है द एक्सटेंट ऑफ एब्जॉर्प्शन डिपेंड्स ऑन द कंसनट्रेट ऑफ द सल्यूट इन सोल्यूशन। ठीक है। किन्नी ज़्यादा सल्यूट पार्टिकल्स की जो सोल्यूशन असी लिया सीगा उहदे विच किन्ने सल्यूट पार्टिकल्स की कंसनट्रेशन है। ठीक है। उत्ते भी डिपेंड, जिन्ना ज़्यादा सल्यूट पार्टिकल्स होना उन्नी ज़्यादा एब्जॉर्प्शन होनी। ठीक है। ये तो बेसिक जी चीज़ है। उस तो बाद द एक्सटेंट ऑफ एब्जॉर्प्शन डिपेंड ऑन द नेचर ऑफ एब्जॉर्बेंट एंड द एब्जॉर्बेंट। नेचर पर भी डिपेंड करती है कि थले जो असी एब्जॉर्बेंट लिया है किदा दा ते जो उपर एब्जॉर्बेट है वो किदा दा। ठीक है। वो इनू पसंद करता है या नहीं पसंद करता है। ठीक है। जो तो पसंद करता है तो जल्दी जल्दी आके एब्जॉर्ब होगा, नहीं करता तो बहुत घट एब्जॉर्ब होगा। ठीक है। नेचर पर भी डिपेंड करता है। सोल्यूशन फेज लिए भी साढ़े को फ्रेंडिक इक्वेशन है, सेम इक्वेशन है x/m = k। हुण सोल्यूशन लिए असी प्रैशर नहीं, प्रैशर कादे वास्ते सीगा गैस लिए, क्योंकि हुण सोल्यूशन फेज है असी p की जगह c यूज़ कर रहे हैं, बाकी सारा सेम है। ठीक है। ग्राफ ये भी जोड़ा किहड़ा बनना है स्ट्रेट लाइन। ठीक है। नेक्स्ट एब्जॉर्प्शन का साढ़े को लास्ट है एप्लीकेशंस। ठीक है। एप्लीकेशंस की है इहदियां कि कित्थे कित्थे काम आंदा है, रिमूवल ऑफ कलरिंग मैटर्स फ्रॉम सोल्यूशन। किसी भी सोल्यूशन विचों उहदा कलर फेड करना, कलर लैस बनाना उन्होंने, उत्थे असीं एब्जॉर्प्शन यूज़ करते हैं। ठीक है। दूसरा साढ़े को की है प्रोडक्शन ऑफ हाई वैक्यूम। किसी जगह असी हाई वैक्यूम प्रोड्यूस करना, पूरी हवा उहदे विचों बाहर कड्ढनी, उहदे विच असीं यूज़ कर सकते हैं। ठीक है। किदा यूज़ करते हैं मतलब मान लो साढ़े कोई बॉक्स है ये असीं हाई वैक्यूम यूज़ मतलब हाई अंदर वैक्यूम बनाना कि कोई एयर का एक पार्टिकल ना रहे। असीं करना पहला तो वैक्यूम ना जिन्नी बाहर निकल सकती है कढ़ दो, फिर की करना ये इदा का कोई एब्जॉर्बेंट बिच पा दो जिहदे करके हम जिहड़े 2-4 मोलीक्यूल बचे है गैस के वो भी इत्ते आके एब्जॉर्ब होना, पूरा वैक्यूम क्रिएट हो जाता है। ठीक है। तीसरा की है गैस मास्क। ठीक है। गैस मास्क बनाने लिए भी काम आता। ठीक है। जिहड़ियां भी पॉइजनस गैसेस होंदियां वो गैस के मास्क के आले दुआले आके एब्जॉर्ब हो जांदियां। ठीक है। फोर्थ की है कंट्रोल ऑफ ह्यूमिडिटी। ठीक है। सिलिका जैल वाला एक केस है, आले दुआले की ह्यूमिडिटी में कंट्रोल लियाना होवे उहदे लई असीं की करते हैं एब्जॉर्प्शन नूं यूज़ करते हैं इन क्योरिंग डिसीज़। कुछ इदां दीयां डिसीज़ नूं क्योर करने भी असीं की यूज़ करते हैं एब्जॉर्प्शनस। ठीक है। तो
ਇਹ ਸਾਰਾ ਸਾਡਾ ਸੀਗਾ ਐਡਜ਼ੋਰਪਸ਼ਨ। ਠੀਕ ਹੈ, ਇਸ ਵੀਡੀਓ 'ਚ ਅਸੀਂ ਐਡਜ਼ੋਰਪਸ਼ਨਸ ਕਰਾਂਗੇ, ਬਾਕੀ ਜਿਹੜੇ ਸਾਡੇ 2 ਫੀਚਰਸ ਹੈ ਉਹ ਅਸੀਂ ਨੈਕਸਟ ਵਾਲੀ ਵੀਡੀਓ 'ਚ ਕਰਾਂਗੇ। ਥੈਂਕ ਯੂ।